का खालसा वाहिगुरू जी की फतेह। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸਾਰੇ ਹੀ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ। ਗੁਰੂ ਸਾਹਿਬ ਜੀ ਦੀ ਪਾਰ ਰਹਿਮਤ ਬਖਸ਼ਿਸ਼ ਕਿਰਪਾ ਸਦਕਾ ਸਾਰਿਆਂ ਦੇ ਇੱਕ ਦੂਜਿਆਂ ਦੇ ਨਾਲ ਸਾਂਝ ਮਿਲਣ ਮਿਲਾਉਣ ਦਰਸ਼ਨ ਦਿਦਾਰੇ ਗੁਰਮਤਿ ਦੀਆਂ ਵਿਚਾਰਾਂ ਗੁਰਮਤਿ ਦੀ ਸਾਂਝ ਕਰਨ ਦਾ ਸਮਾਂ ਮਿਲਦਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਰਹਿਣ ਨਾਲ ਹੀ ਇਹਨੂੰ ਸਤ ਸੰਗਤ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਇਹ ਸਤ ਸੰਗਤ ਹੀ ਹੈ ਜਿੱਥੇ ਸਤਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕੀਤੀ ਜਾਵੇ। ਫਿਜ਼ੀਕਲੀ ਬੇਸ਼ੱਕ ਅਸੀਂ ਸਾਰੇ ਇਕੱਠੇ ਨਹੀਂ ਬੈਠ ਸਕਦੇ, ਲੇਕਿਨ ਸਾਡੇ ਆਪਸੀ ਵਿਚਾਰ ਆਪਣੇ ਅੰਦਰਲੀ ਸੋਚ ਜਿਹੜੀ ਹੈ ਜਦੋਂ ਇਕੱਠੇ ਹੋ ਕੇ ਬੈਠਦੀ ਹੈ ਅਸੀਂ ਉਹਨੂੰ ਸਤ ਸੰਗਤ ਹੀ ਆਖਦੇ ਹਾਂ। ਤਾਂ ਸਤਿਗੁਰੂ ਜੀ ਦੇ ਬਖਸ਼ਿਸ਼ ਨਾਲ ਆਪਾਂ ਰੋਜ਼ ਜੁੜਦੇ ਹਾਂ। ਅੱਜ ਦੀ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਗੁਰਮੰਤਰ ਦਾ ਪਾਠ ਕਰ ਲਈਏ, ਉਸ ਤੋਂ ਬਾਅਦ ਸਿੱਧ ਗੋਸ਼ਟੀ ਬਾਣੀ ਦੀ ਅਗਲੀ ਵਿਚਾਰ ਆਪਾਂ ਆਰੰਭ ਕਰਾਂਗੇ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਵਿਆਹ ਦ੍ਰਿਸ਼ਟੀ ਸਦਕਾ ਸਿੱਧ ਗੋਸ਼ਟ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 4 ਦਿਨ ਦੀ ਛੁੱਟੀ ਤੋਂ ਬਾਅਦ ਦੂਜੇ ਵਿਸ਼ਿਆਂ ਦੀ ਵਿਚਾਰਾਂ ਤੋਂ ਬਾਅਦ ਅੱਜ ਫਿਰ ਅਗਲੀ ਪੌੜੀ ਦੀ ਵਿਚਾਰ ਆਪਾਂ ਆਰੰਭ ਕਰਨੀ ਹੈ। 38 ਪੌੜੀਆਂ ਦੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। 39ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। 38ਵੀਂ ਪੌੜੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਸੀ। ਉਸ ਤੋਂ ਪਹਿਲਾਂ 36 ਤੇ 37 ਪੌੜੀ ਵਿੱਚ ਗੁਰਮੁਖ ਦੀ ਗੱਲ ਕੀਤੀ, ਜਿਹੜੇ ਗੁਰੂ ਦੇ ਸ਼ਰਨ ਵਿੱਚ ਪੈ ਜਾਂਦੇ ਹਨ, ਗੁਰੂ ਅਨੁਸਾਰ, ਗੁਰੂ ਦੀ ਮੱਤ ਅਨੁਸਾਰ, ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ, ਜੀਵਨ ਬਤੀਤ ਕਰਦੇ ਹਨ। ਉਹਨਾਂ ਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਉਹਨਾਂ 2 ਪੌੜੀਆਂ ਵਿੱਚ ਕੀਤਾ। ਪਰ ਪਿਛਲੀ ਪੌੜੀ ਵਿੱਚ ਜੋ 38ਵੀਂ ਪੌੜੀ ਸੀ, ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਗੁਰੂ ਅਨੁਸਾਰੀ ਨਹੀਂ ਹੁੰਦੇ, ਜਿਨ੍ਹਾਂ ਨੂੰ ਅਸੀਂ ਮਨ ਮੁੱਖ ਆਖਦੇ ਹਾਂ, ਜਿਨ੍ਹਾਂ ਦਾ ਮੂੰਹ ਆਪਣੇ ਮਨ ਵੱਲ ਹੁੰਦਾ ਹੈ, ਜਿਨ੍ਹਾਂ ਦੀ ਸੋਚ ਵਿੱਚੋਂ ਗੁਰੂ ਮਾਈਨਸ ਹੁੰਦਾ ਹੈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ। ਸਤਿਗੁਰੂ ਜੀ ਨੇ ਉਸ ਪਾਵਨ ਪੌੜੀ ਵਿੱਚ ਜੋ ਵਿਚਾਰ ਸਾਨੂੰ ਦਿੱਤੇ ਸਨ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ ਉਹਦਾ ਜੰਮਣਾ ਤੇ ਮਰਨਾ ਬਣਿਆ ਰਹਿੰਦਾ ਹੈ, ਕਿਉਂਕਿ ਇਹ ਕੀਮਤੀ ਜਨਮ ਮਰਨ ਦਾ ਤਾਣਾ ਖਤਮ ਕਰਨ ਲਈ ਮਿਲਿਆ ਸੀ। ਪਰ ਕਿਉਂਕਿ
जिस ढंग नाल जिस तरीके नाल ये जन्म मरण खत्म होना सी, वो तरीका असीं इस्तेमाल नहीं किया, वो काम नहीं किया। गुरु ने साडे बंधन कटने सन, गुरु ने साडे ते रहमत करके बख्शिश करके सानू इस संसार तो कढ़ना सी, साडा जन्म मरण दा ताना मुक जाना सी, लेकिन असीं गुरु दी शरण विच नहीं पए, गुरु वाले नहीं बने, गुरु दे कोल आए नहीं। इस वास्ते साडे अध्यात्मक जीवन विच हनेरे दा हनेरा बनिया रहा, रोशनी नहीं हुई, चानन नहीं होया, रस्ता ही नहीं दसिया ते मंजिल कित्थों मिलनी सी। अगर रस्ता दिस जांदा तां मंजिल मिल जांदी, जे रस्ता ही नज़र नहीं आया तां मंजिल कित्थों मिल सकदी सी। जिहड़ा इस रस्ते दा पंध ही नहीं बनिया, वो मार्ग ते ਚੱਲਿਆ ही नहीं, वो किवें पहुंचेगा। इस वास्ते सतगुरु जी कहंदे ਉਹਦਾ जन्म ते मरण ਬਣਿਆ ਰਹਿੰਦਾ, ਇਹ ਤਾਣਾ ਟੁੱਟਦਾ ਹੀ ਨਹੀਂ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਧਾਰਮਿਕ ਜੀਵਨ ਵਿੱਚ ਕੀਤੀ ਹੋਈ ਮਿਹਨਤ ਵੀ ਕਬੂਲ ਨਹੀਂ ਹੁੰਦੀ, ਜੇ ਕੋਈ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ, ਕਿਉਂਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸਾਡੇ ਅੰਦਰ ਹਉਮੈ ਟਿਕੀ ਰਹਿੰਦੀ ਹੈ। ਮੈਂ ਕੀਤਾ, ਮੈਂ ਇਹ ਕੰਮ ਕਰ ਲਿਆ। ਜਿਵੇਂ ਜਿਵੇਂ ਹਉਮੈ ਦੀ ਦੀਵਾਰ ਪੱਕੀ ਹੁੰਦੀ ਜਾਏਗੀ, ਤਿਵੇਂ ਤਿਵੇਂ ਗੁਰੂ ਤੋਂ, ਸਤਿਗੁਰੂ ਤੋਂ, ਪਰਮੇਸ਼ਰ ਤੋਂ ਦੂਰੀ ਬਣਦੀ ਜਾਏਗੀ। ਹਉਮੈ ਦੀ ਗੰਧ ਢਾਉਣੀ ਪਏਗੀ, ਇਹ ਦੀਵਾਰ ਤੋੜਨੀ ਪਏਗੀ। ਇਹ ਤੋੜਦਾ ਗੁਰੂ ਹੈ। ਤੇ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਸਾਧ ਨਹੀਂ ਪਾਉਂਦੇ, ਇਹ ਦਾਰੂ ਜਿਹੜਾ ਹਉਮੈ ਦਾ ਹੈ, ਗੁਰੂ ਸਾਹਿਬ ਜੀ ਨੇ ਦੱਸਿਆ ਸ਼ਬਦ ਦੇ ਵਿੱਚ ਹੈ। ਫਿਰ ਜਦੋਂ ਉਹਦੀ ਕਿਰਪਾ ਹੋਵੇ, ਇਨਸਾਨ ਗੁਰੂ ਦਾ ਸ਼ਬਦ ਕਮਾਈ ਕਰਦਾ, ਹਉਮੈ ਦੀ ਦੀਵਾਰ ਜਿਹੜੀ ਹੈ ਟੁੱਟ ਜਾਂਦੀ ਹੈ। ਪਿਛਲੇ ਵਾਰੀ ਆਪਾਂ ਵਿਚਾਰ ਕੀਤੀ ਸੀ, ਗੁਰੂ ਨਾਨਕ ਦੇਵ ਮਹਾਰਾਜ ਨੇ ਆਸਾ ਕੀ ਵਾਰ ਚ ਬੜਾ ਕਮਾਲ ਦਾ ਨਕਸ਼ਾ ਖਿੱਚਿਆ ਕਿ ਧਰਮਕ ਪੁਸਤਕਾਂ ਵੀ ਪੜ੍ਹਨੀਆਂ, ਤਿਲਕ ਵੀ ਲਾਉਣੇ, ਧੋਤੀ ਵੀ ਪਾਉਣੀ, ਤ੍ਰਿਹਾਲ ਮੰਤਰ ਵੀ ਪੜ੍ਹਨਾ, ਗਾਇਤਰੀ ਦੀ 3 ਵਾਰੇ ਮੇਲੇ ਮੰਤਰ ਪੜ੍ਹਨਾ। ਇਹ ਸਾਰੀਆਂ ਚੀਜ਼ਾਂ ਮਿਹਨਤ ਧਰਮ ਦੇ ਮਾਰਗ ਤੇ ਚੱਲ ਲਈ ਮਿਹਨਤ ਕੀਤੀ ਜਾ ਰਹੀ ਹੈ, ਘਾਲੀ ਜਾ ਰਹੀ ਹੈ। ਪਰ ਘਾਲ ਦੀ ਘਾਲਣਾ, ਇਹ ਘਾਲੀ ਹੋਈ ਘਾਲਣਾ ਥਾਈ ਨਹੀਂ ਪਈ। ਕਿਉਂ ਨਹੀਂ ਪਈ? ਕਿਉਂਕਿ ਅੰਦਰ ਗੁਰੂ ਨਾਲ ਮੁਹੱਬਤ ਨਹੀਂ ਬਣੀ, ਪ੍ਰੇਮ ਨਹੀਂ ਬਣਿਆ। ਕੇਵਲ ਰੋਟੀਆਂ ਕਾਰਨ ਪੂਰੇ ਤਾਲ ਦੀ ਇਹ ਸਾਰੀ ਘਾਲਣਾ ਸੀ। ਜਿਵੇਂ ਅੱਜ ਸਾਡੇ ਧਾਰਮਿਕ ਸ਼੍ਰੇਣੀ ਵਿੱਚ ਇਹ ਕੁਝ ਵਾਪਰ ਰਿਹਾ ਹੈ। ਸਾਡੇ ਕੀਰਤਨੀਏ ਸਿੰਘ ਹੋਣ, ਕਥਾਕਾਰ ਸਿੰਘ ਹੋਣ, ਅੰਦਰ ਭਾਵਨਾ ਧਰਮ ਪ੍ਰਚਾਰ ਦੀ ਨਹੀਂ ਹੈ ਜਾਂ ਗੁਰੂ ਦੀ ਗੱਲ ਕਰਨ ਦੀ ਨਹੀਂ ਹੈ। ਅੰਦਰ ਮੁੱਖ ਮੁੱਦਾ ਪੈਸੇ ਕਮਾਉਣ ਦਾ ਹੈ। ਬਸ ਪੈਸੇ ਕਮਾਉਣੇ ਔਰ ਪੈਸਿਆਂ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਐਸ਼ੋ ਇਸ਼ਰਤ ਦੀਆਂ ਗੱਲਾਂ ਕਰਨੀਆਂ। ਇਹ ਸਾਧਨ ਜਿਹੜੇ ਹਨ ਗੁਰੂ ਪਾਤਸ਼ਾਹ ਜੀ ਨੇ ਸਾਡੇ ਵਰਤਨ ਲਈ ਬਣਾਏ ਸਨ, ਪਰ ਸਾਡੇ ਤੇ ਰਾਜ ਕਰਨ ਲਈ ਨਹੀਂ ਬਣਾਏ। ਉਸ ਵੇਲੇ ਵੀ ਇਹ ਕੁਝ ਚੱਲਦਾ ਸੀ ਤੇ ਗੁਰੂ ਸਾਹਿਬ ਜੀ ਨੇ ਉਹਦੇ ਚ ਸਪਸ਼ਟ ਕਹਿ ਦਿੱਤਾ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਤੁਹਾਡੀ ਘਾਲਣਾ ਥਾਂ ਨਹੀਂ ਪੈਣੀ। ਤੇ ਇਹ ਜਿਹੜਾ ਚੰਚਲ ਮਨ ਹੈ, ਇਹ ਬਹੁਤ ਸਹਿਸੇ ਵਿੱਚ, ਫਿਕਰਾਂ ਵਿੱਚ ਬਣਿਆ ਰਹਿੰਦਾ, ਡਰਿਆ ਰਹਿੰਦਾ। ਇਹ ਕਹਿ ਲਓ ਇਸ ਤਰ੍ਹਾਂ ਵੀ ਇਹ ਮਨੁੱਖ ਦੁਨੀਆ ਦੇ ਪਦਾਰਥ ਖਾਂਦਾ, ਭਾਵ ਜ਼ਹਿਰ ਖਾਈ ਜਾਂਦਾ ਹੈ ਤੇ ਰੱਜਦਾ ਹੀ ਨਹੀਂ। ਦੁਨੀਆ ਦੇ ਪਦਾਰਥਾਂ ਦੀ ਜ਼ਹਿਰ ਖਾ ਕੇ ਵੀ ਇਹ ਮਨੁੱਖ ਰੱਜਦਾ ਨਹੀਂ। ਨਾਲੇ ਜ਼ਹਿਰ ਕਦੀ ਜਨਮ ਨਹੀਂ ਦਿੰਦੀ, ਜ਼ਹਿਰ ਹਮੇਸ਼ਾ ਮੌਤ ਦਿੰਦੀ ਹੈ। ਗੁਰੂ ਦੇ ਰਸਤੇ ਤੇ ਤੁਰਨ ਤੋਂ ਬਿਨਾਂ ਸਤਿਗੁਰੂ ਜੀ ਨੇ ਦੱਸਿਆ ਵੀ ਜਗਤ ਦੇ ਮੂੰਹ ਰੂਪੀ ਸੱਪ ਜਿਹੜਾ ਹੈ ਉਹ ਡੰਗ ਮਾਰਦਾ ਹੈ, ਡਸ ਲੈਂਦਾ ਹੈ। ਅੱਧ ਵਾਟੇ ਹੀ ਅਧਿਆਤਮਿਕ ਮੌਤ ਜਿਹੜੀ ਹੈ ਇਨਸਾਨ ਦੀ ਹੋ ਜਾਂਦੀ ਹੈ। ਰੱਸੀ ਨੂੰ ਸੱਪ ਸਮਝ ਲਈਏ, ਭੁਲੇਖਾ, ਇਹ ਵੀ ਆਪਾਂ ਜ਼ਿਕਰ ਕੀਤਾ ਸੀ। ਤੇ ਸਤਿਗੁਰੂ ਜੀ ਨੇ ਆਖਰੀ ਪੰਕਤੀ ਵਿੱਚ ਪਿਛਲੀ ਪੌੜੀ ਦੇ ਵਿੱਚ ਵਿਚਾਰ ਜੋ ਦਿੱਤੇ ਸਨ ਵੀ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ, ਉਹਦੀ ਜ਼ਿੰਦਗੀ ਵਿੱਚ ਹਮੇਸ਼ਾ ਘਾਟਾ ਹੀ ਘਾਟਾ ਹੈ। ਬਸ ਕਦੀ ਨਫਾ ਫਾਇਦਾ ਉਹਦੇ ਵਿੱਚ ਉਹਨੂੰ ਨਹੀਂ ਮਿਲ ਸਕਦਾ, ਉਹ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ ਹੈ। ਇਹ ਵਿਚਾਰ ਆਪਾਂ ਪਿਛਲੀ 38ਵੀਂ ਪੌੜੀ ਵਿੱਚ ਕੀਤੇ ਸਨ। ਅੱਜ ਉਸ ਤੋਂ ਅੱਗੇ ਗੁਰੂ ਕੀ ਕਰਦਾ ਹੈ, ਗੁਰੂ ਦੇ ਅੰਦਰ ਕਿੰਨੀ ਬਖਸ਼ਿਸ਼ ਕਰਦਾ ਹੈ, ਗੁਰੂ ਅੰਦਰ ਕਿੰਨੀ ਤਾਕਤ ਹੈ, ਗੁਰੂ ਕਿਵੇਂ ਸਾਨੂੰ ਸੰਸਾਰ ਭਵਜਲ ਤੋਂ ਪਾਰ ਕਰਦਾ ਹੈ, ਇਹ ਜ਼ਿਕਰ ਸਤਿਗੁਰੂ ਜੀ ਨੇ 39ਵੀਂ ਪੌੜੀ ਦੇ ਵਿੱਚ ਕੀਤਾ ਹੈ। ਪਹਿਲੀ 38ਵੀਂ ਪੌੜੀ ਵਿੱਚ
ਨਿਗੁਰੇ ਦਾ ਗੱਲ ਕੀਤੀ ਗਈ ਵੀ ਨਿਗੁਰੇ ਮਨੁੱਖ ਗੱਲਾਂ ਤਾਂ ਬਹੁਤ ਕਰਦੇ ਨੇ, ਲੇਕਿਨ ਸਤਿਗੁਰ ਦੀ ਸ਼ਰਨ ਵਿੱਚ ਨਹੀਂ ਆਉਂਦੇ। ਤੇ ਸਤਿਗੁਰੂ ਜੀ ਨੇ ਬਾਣੀ ਅੰਦਰ ਇਹ ਵੀ ਗੱਲ ਕਹੀ ਸੀ, ਜੋ ਨਿਗੁਰਾ ਉਹ ਬਾਤਾਂ ਜਾਣੇ, ਉਹ ਹਰ ਦਰਗਹਿ ਹੈ ਭ੍ਰਸ਼ਟੀ। ਵੀ ਜਿਹੜਾ ਨਿਗੁਰਾ ਬਾਤਾਂ ਤਾਂ ਬੜੀਆਂ ਕਰਦਾ ਹੈ, ਪਰ ਦਰਗਾਹ ਦੇ ਵਿੱਚ ਉਹ ਭ੍ਰਸ਼ਟਿਆ ਹੋਇਆ ਮੰਨਿਆ ਜਾਂਦਾ ਹੈ। ਭ੍ਰਸ਼ਟਿਆ ਹੋਇਆ ਜਿਹਨੂੰ ਕੋਈ ਵੀ ਪਰਵਾਹ ਨਹੀਂ ਕਰਦਾ। ਅੱਜ ਦਾ ਜ਼ਿਕਰ ਕੀਤਾ ਗੁਰੂ ਮਹਾਰਾਜ ਨੇ, ਹੁਣ ਗੁਰੂ ਦੇ ਮਿਲਾਪ ਦੀ ਗੱਲ ਕੀਤੀ, ਔਰ ਅੱਜ ਦਾ ਇਹ ਜਿਹੜਾ 39ਵੀਂ ਪੌੜੀ ਹੈ, ਅੱਗੋਂ ਜਿਹੜੀ 40ਵੀਂ ਪੌੜੀ ਆਏਗੀ, ਉਹਦਾ ਵੀ ਇਹਦੇ ਨਾਲ ਡੂੰਘਾ ਸੰਬੰਧ 39ਵੀਂ ਪੌੜੀ ਦੇ ਨਾਲ ਬਣਦਾ ਹੈ। ਇਸ ਵਾਸਤੇ ਅੱਜ ਦੀ ਇਸ ਵਿਚਾਰ ਨੂੰ ਆਪਾਂ ਜੇ ਧਿਆਨ ਨਾਲ ਸਮਝ ਲਵਾਂਗੇ, ਹਾਲਾਂਕਿ ਸੌਖੀ ਵਿਚਾਰ ਹੈ, ਪਰ ਜਿਹੜੀ 40ਵੀਂ ਪੌੜੀ ਦੀ ਵਿਚਾਰ ਕਾਫੀ ਗਹਿਰੀ, ਕਾਫੀ ਡੂੰਘੀ, ਤੇ ਬੜੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਗੁਰੂ ਪਾਤਸ਼ਾਹ ਨੇ ਉਹਦੇ ਵਿੱਚ, ਉਹ ਕਾਫੀ ਮੁਸ਼ਕਲ ਜੀ ਉਹਨੂੰ ਸਮਝਣ ਵਿੱਚ ਲੱਗਦੀ ਹੈ। ਪਰ ਜਦੋਂ ਇਹ ਪੌੜੀ ਅਸੀਂ 39ਵੀਂ ਸਮਝੀ ਹੋਈ ਹੋਏਗੀ ਤਾਂ 40ਵੀਂ ਪੌੜੀ ਦੇ ਕੁਝ ਵਿਚਾਰ ਸਾਨੂੰ ਆਪਣੇ ਆਪ ਹੀ ਸਮਝ ਆ ਜਾਣਗੇ। ਖਾਸ ਕਰਕੇ ਗੁਰਮੁਖ ਕਦੇ ਨਾ ਆਵੇ ਹਾਰ ਦੀ ਜਿਹੜੀ ਗੱਲ ਕੀਤੀ ਹੈ, ਉਹ ਗੱਲ ਨੂੰ ਗੁਰੂ ਪਾਤਸ਼ਾਹ ਜੀ ਨੇ ਅੱਗੇ ਵਿਸਥਾਰ ਸਹਿਤ ਅਗਲੀਆਂ ਪੌੜੀਆਂ ਵਿੱਚ ਵੀ ਇਹ ਜ਼ਿਕਰ ਕੀਤਾ ਹੈ, ਜੋ 40ਵੀਂ ਪੌੜੀ ਹੈ। ਆਓ ਪਹਿਲਾਂ ਆਪਾਂ ਇਸ ਪੌੜੀ ਦਾ ਪਾਠ ਕਰੀਏ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗੁਣ ਮਿਟੈ ਗੁਣ ਨਿਸਤਾਰੈ। ਜਿਸ ਗੁਰ ਮਿਲੈ ਤਿਸ ਪਾਰ ਉਤਾਰੇ, ਅਵਗੁਣ ਮਿਟੈ ਗੁਣ ਨਿਸਤਾਰੈ। ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨ ਆਵੈ ਹਾਰ। ਏ ਤਨ ਹਟੜੀ, ਤਨ ਹਟੜੀ, ਏ ਮਨ ਵੰਜਾਰਾ, ਨਾਨਕ ਸਹਜੇ ਸਚ ਵਾਪਾਰਾ। ਤਨ ਹਟੜੀ, ਏ ਮਨ ਵੰਜਾਰਾ, ਨਾਨਕ ਸਹਜੇ ਸਚ ਵਾਪਾਰਾ। ਸਤਿਗੁਰ ਪਾਤਸ਼ਾਹ ਜੀ ਨੇ ਸ਼ਬਦ ਦੇ ਬੋਲਾਂ ਤੋਂ ਇਹ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਉਸ ਮਨੁੱਖ ਦਾ ਜ਼ਿਕਰ ਕੀਤਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ। ਗੁਰੂ ਕੀ ਕਰਦਾ ਹੈ, ਗੁਰੂ ਕਿੰਨੀਆਂ ਬਖਸ਼ਾਂ ਕਰਦਾ ਹੈ, ਇਹ ਸਤਿਗੁਰ ਜੀ ਨੇ ਉਹਦਾ ਜ਼ਿਕਰ ਕੀਤਾ। ਫਿਰ ਉਹਦਾ ਜ਼ਿਕਰ ਕੀਤਾ ਜਿਹੜਾ ਗੁਰੂ ਦੀ ਮੱਤ ਲੈ ਕੇ ਜ਼ਿੰਦਗੀ ਨੂੰ ਜਿਉਂਦਾ ਹੈ। ਪਹਿਲੀ ਸਤਿਗੁਰੂ ਜੀ ਨੇ ਪੰਕਤੀ ਵਿੱਚ ਜੋ ਗੱਲ ਕੀਤੀ ਵੀ ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਭਾਵ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ, ਜਿਹੜਾ ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦਾ ਹੈ, ਜਿਹਦੀ ਜ਼ਿੰਦਗੀ ਦਾ ਆਸਰਾ ਗੁਰੂ ਬਣ ਜਾਂਦਾ ਹੈ, ਜਿਹਨੇ ਗੁਰੂ ਨੂੰ ਆਪਣੇ ਜੀਵਨ ਦੀ ਕੁੰਜੀ ਸੌਂਪ ਦਿੱਤੀ ਹੈ, ਆਪਣੀ ਜੀਵਨ ਦੀ ਡੋਰ ਜਿਸਨੇ ਸਤਿਗੁਰੂ ਦੇ ਹੱਥ ਵਿੱਚ ਦੇ ਦਿੱਤੀ ਹੈ। ਬਸ ਡੋਰ ਹੀ ਤਾਂ ਫੜਾਈ ਨਹੀਂ ਜਾਂਦੀ, ਅਸੀਂ ਇਸ ਆਪਣੇ ਜੀਵਨ ਦੀ ਡੋਰ ਆਪਣੇ ਹੱਥ ਵਿੱਚ ਰੱਖੀ ਫਿਰਦੇ ਹਾਂ। ਪਰ ਜਦੋਂ ਅਸੀਂ ਜੀਵਨ ਦੀ ਡੋਰ ਗੁਰੂ ਦੇ ਹੱਥ ਵਿੱਚ ਫੜਾ ਦਈਏ, ਜਿਵੇਂ ਗੁਰੂ ਚਲਾਵੇ ਤਿਵੇਂ ਚੱਲ ਪਈਏ, ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਸਤਿਗੁਰੂ ਫਿਰ ਗੁਰੂ ਇਸ ਭਵਜਲ ਸੰਸਾਰ ਬੜਾ ਡਰਾਉਣਾ ਸਾਗਰ, ਦੁੱਤਰ ਸਾਗਰ ਜੋ ਹੈ, ਉਹ ਤੋਂ ਗੁਰੂ ਪਾਰ ਲਗਾ ਦਿੰਦਾ ਹੈ। ਇਹ ਗੱਲ ਬੜੀ ਸਪਸ਼ਟ ਹੋ ਗਈ ਕਿ ਸੰਸਾਰ ਇੱਕ ਸਮੁੰਦਰ ਹੈ, ਇਸ ਵਿੱਚ ਲਹਿਰਾਂ ਉੱਠ ਰਹੀਆਂ ਹਨ ਵਿਕਾਰਾਂ ਦੀਆਂ। ਗੁਰੂ ਕੀ ਕਰਦਾ ਹੈ? ਸੰਸਾਰ ਸਮੁੰਦਰ ਵਿੱਚ ਉੱਠੀਆਂ ਹੋਈਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਨੂੰ, ਸੰਸਾਰ ਦੀ ਬੇੜੀ ਦਾ ਹਮੇਸ਼ਾ ਹੀ ਡੁੱਬਣ ਦਾ ਡਰ ਬਣਿਆ ਰਹਿੰਦਾ ਹੈ, ਕਿਉਂਕਿ ਸਾਡੀ ਇਹ ਬੇੜੀ, ਜੀਵਨ ਦੀ ਬੇੜੀ, ਪਾਪਾਂ ਨਾਲ ਭਰੀ ਹੋਈ ਹੈ।
ਗੁਨਾਹਾਂ ਨਾਲ ਭਰੀ ਹੋਈ ਹੈ, ਔਗੁਣਾਂ ਨਾਲ ਭਰੀ ਹੋਈ ਹੈ। ਅਮਡੋਲਤ ਬੇੜੀ ਪਾਪ ਭਰੀ ਹੈ। ਸਾਡੀ ਬੇੜੀ ਪਾਪਾਂ ਨਾਲ, ਭਾਵ ਗੁਨਾਹਾਂ ਨਾਲ, ਉਹ ਕੰਮਾਂ ਨਾਲ ਜਿਹੜੇ ਕੰਮ ਸਾਨੂੰ ਗੁਰੂ ਨੇ ਕਰਨ ਲਈ ਨਹੀਂ ਕਿਹਾ। ਗੁਰੂ ਨੇ ਗੱਲ ਸਮਝਾਈ ਸੀ, ਜਿਨ੍ਹਾਂ ਕੰਮਾਂ ਵਿੱਚੋਂ ਤੈਨੂੰ ਕੁਝ ਨਹੀਂ ਮਿਲਣਾ, ਉਹ ਕੰਮ ਛੱਡ ਦੇ। ਪਰ ਸਾਡੀ ਇਸ ਜੀਵਨ ਦੀ ਬੇੜੀ ਵਿੱਚ ਉਹ ਕੰਮ ਭਰੇ ਹੋਏ ਹਨ, ਤੇ ਜਦੋਂ ਸਾਡੀ ਜੀਵਨ ਦੀ ਇਸ ਬੇੜੀ ਵਿੱਚ ਉਹ ਕੰਮ ਭਰੇ ਹੋਏ ਹਨ, ਗੁਨਾਹ ਭਰੇ ਹੋਏ ਹਨ, ਔਗਣ ਭਰੇ ਹੋਏ ਹਨ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਜੀਵਨ ਦੀ ਬੇੜੀ ਡੁੱਬਣ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਜੀਵਨ ਦੇ ਇਹ ਬੇੜੀ ਹਮੇਸ਼ਾ ਹੀ ਡੱਕੇ ਡੋਲੇ ਖਾਂਦੀ ਰਹਿੰਦੀ ਹੈ। ਜੇ ਗੁਰੂ ਸਤਿਗੁਰੂ ਮਿਲਾ ਸਤ ਸੰਗ ਰੂਪੀ ਜਹਾਜ਼ ਕਿਤੇ ਮਿਲ ਜਾਵੇ, ਗੁਰੂ ਦੇ ਹੱਥ ਸਾਨੂੰ ਆਪਣੇ ਜੀਵਨ ਦੀ ਵਾਗਡੋਰ ਦੇ ਦਿੱਤੀ ਜਾਵੇ, ਤਾਂ ਫਿਰ ਇਹ ਜੀਵਨ ਦੀਆਂ, ਇਹ ਸਾਗਰ ਦੀਆਂ ਲਹਿਰਾਂ ਸਾਨੂੰ ਇਹਦੇ ਵਿੱਚ ਡੋਬ ਨਹੀਂ ਸਕਦੀਆਂ, ਸਾਨੂੰ ਡੋਬ ਨਹੀਂ ਸਕਦੀਆਂ, ਕਿ ਗੁਰੂ ਬਹੁਤ ਵੱਡਾ ਸਮਰੱਥ ਹੈ। ਉਹ ਫਿਰ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ, ਜਿਹੜਾ ਆਪਣੇ ਜੀਵਨ ਦੀ ਵਾਗਡੋਰ ਗੁਰੂ ਦੇ ਹੱਥ ਵਿੱਚ ਫੜਾ ਦਿੰਦਾ ਹੈ। ਸੰਸਾਰ ਇਹ ਤਾਂ ਅੱਗ ਦਾ ਘਰ ਹੈ, ਅਗਨੀ ਕਾਹਦੀ? ਵਿਕਾਰਾਂ ਦੀ। ਵਿਕਾਰਾਂ ਦੀ ਅੱਗ, ਰੋਜ਼ ਇਹਦੇ ਭਾਂਬੜ ਮਚੇ ਹੋਏ ਹਨ। ਜਿਹੜਾ ਆਪਣੇ ਜੀਵਨ ਵੱਲ ਵੇਖ ਲਈਏ, ਕਿਤਨੀ ਅਗਨੀ ਹੈ, ਕਿੰਨੇ ਕੁ ਭਾਂਬੜ ਜਿਹੜੇ ਹਨ ਉਹ ਮਚੇ ਹੋਏ ਹਨ। ਬਸ ਇਸ ਭਾਂਬੜ ਦੇ ਵਿੱਚ ਹੀ ਸਾਡਾ ਆਤਮਿਕ ਜੀਵਨ ਸੜ ਕੇ ਹੌਲੀ ਹੌਲੀ ਸਵਾਹ ਹੁੰਦਾ ਜਾ ਰਿਹਾ ਹੈ। ਕਿ ਸਾਡਾ ਆਤਮਿਕ ਜੀਵਨ ਇਸ ਅੱਗ ਦੇ ਭਾਂਬੜਾਂ ਵਿੱਚ ਸੜ ਕੇ ਸਵਾਹ ਹੁੰਦਾ ਜਾ ਰਿਹਾ ਹੈ। ਬਸ ਜਿਸ ਕਿਸੇ ਨੂੰ ਇਹ ਸਮਝ ਆ ਗਈ ਕਿ ਮੈਂ ਇਸ ਜੀਵਨ ਨੂੰ ਕਿਸੇ ਲੇਖੇ ਵਿੱਚ ਲਾਉਣਾ ਹੈ, ਉਹ ਫਿਰ ਗੁਰੂ ਨੂੰ ਆਪਣੇ ਜੀਵਨ ਦੀ ਡੋਰ ਫੜਾ ਦਿੰਦਾ ਹੈ। ਜਦੋਂ ਗੁਰੂ ਦਾ ਮੰਤਰ ਲੈਂਦਾ ਹੈ, ਤੇ ਗੁਰੂ ਦੇ ਮੰਤਰ ਦੇ ਨਾਲ ਉਸ ਨੂੰ ਫਿਰ ਇਹ ਕਹਿ ਲਈਏ ਇੱਕ ਐਸਾ ਮੰਤਰ ਮਿਲਦਾ ਹੈ, ਜਿਸ ਨੂੰ ਗੁਰੂ ਜਿਹੜਾ ਹੈ ਉਹ ਫਿਰ ਡੁੱਬਣ ਨਹੀਂ ਦਿੰਦਾ। ਮਨੁੱਖ ਜਿਵੇਂ ਜਿਵੇਂ ਉਸ ਮੰਤਰ ਦੇ ਉੱਤੇ ਤੁਰਦਾ ਹੈ, ਜਿਵੇਂ ਜਿਵੇਂ ਉਸਦੀ ਖੇਡ ਚੱਲਦੀ ਹੈ, ਤਿਵੇਂ ਤਿਵੇਂ ਉਹ ਇਸ ਸੰਸਾਰ ਭਵਜਲ ਤੋਂ ਪਾਰ ਹੁੰਦਾ ਉਦਮ ਉਪਾਲਾ ਕਰੀ ਜਾਂਦਾ। ਮੋਹ ਦਾ ਤੂਫਾਨ ਇੱਥੇ ਆਇਆ ਹੋਇਆ ਹੈ। ਕਾਮ ਕ੍ਰੋਧ ਲੋਭ ਹੰਕਾਰ ਦੀਆਂ ਛੱਲਾਂ ਪੈ ਰਹੀਆਂ ਹਨ, ਲਹਿਰਾਂ ਲੋਭ ਦੀਆਂ ਉੱਠ ਰਹੀਆਂ ਹਨ। ਬਸ ਜੇ ਗੁਰੂ ਦਾ ਆਸਰਾ ਹੋਵੇ ਤੇ ਗੁਰੂ ਡੁੱਬਣ ਨਹੀਂ ਦਿੰਦਾ। ਕਦੀ ਆਪਾਂ ਪਹਿਲਾਂ ਕਿਤੇ ਸਮੁੰਦਰਾਂ ਦੇ ਕੰਢਿਆਂ ਤੇ ਜਾਈਏ, ਕਿੰਨਾ ਪਾਣੀ ਦਾ ਵਿਸ਼ਾਲ ਪਾਣੀ ਨੂੰ ਵੇਖ ਕੇ ਕਈ ਵਾਰੀ ਮਨੁੱਖ ਦੀ ਹੋਸ਼ ਹੀ ਗੁੰਮ ਹੋ ਜਾਂਦੀ ਹੈ। ਤੇ ਸਮੁੰਦਰ ਵਿੱਚ ਪੈ ਰਹੀਆਂ ਬੜੀਆਂ ਭਾਰੀਆਂ ਜਿਹੜੀਆਂ ਪਾਣੀ ਦੀਆਂ ਠਿੱਲਾਂ ਹਨ, ਇਉਂ ਜਾਪਦਾ ਹੈ ਸਾਨੂੰ ਵੀ ਉਹਦੇ ਵਿੱਚ ਡੋਬ ਕੇ ਲੈ ਜਾਣਗੀਆਂ। ਸਾਨੂੰ ਜਦੋਂ ਉਸ ਪਾਣੀ ਵਿੱਚੋਂ ਲੰਘਦੀਆਂ ਹੋਈਆਂ ਬੇੜੀਆਂ ਨੂੰ ਦੇਖਦੇ ਹਾਂ, ਤਾਂ ਕਈ ਵਾਰੀ ਘਬਰਾਹਟ ਵੀ ਹੁੰਦੀ ਹੈ ਵੀ ਕਿਤੇ ਡੁੱਬ ਨਾ ਜਾਏ। ਪਰ ਜਦੋਂ ਉਸ ਬੇੜੀ ਦੇ ਚਲਾਉਣ ਵਾਲੇ ਦੀ ਮਜ਼ਬੂਤੀ ਦਾ ਪਤਾ ਲੱਗ ਜਾਏ ਵੀ ਉਹ ਕਿੰਨਾ ਮਜ਼ਬੂਤ ਹੈ, ਫਿਰ ਮਨ ਜਿਹੜਾ ਹੈ ਆਪਣੇ ਆਪ ਹੀ ਧਰਵਾਸ ਵਿੱਚ ਆ ਜਾਂਦਾ ਹੈ, ਆਪਣੇ ਆਪ ਹੀ ਹੌਸਲੇ ਵਿੱਚ ਆ ਜਾਂਦਾ ਹੈ। ਇਸ ਸੰਸਾਰ ਸਮੁੰਦਰ ਵਿੱਚ ਬਿਲਕੁਲ ਇਹੋ ਜਿਹੀ ਹਾਲਤ ਸਾਡੀ ਜ਼ਿੰਦਗੀ ਦਾ ਹੈ। ਜਦੋਂ ਗੁਰੂ ਮਿਲਾ ਤੇ ਸਤਸੰਗ ਦੇ ਜਹਾਜ਼ ਵਿੱਚ ਆਪਾਂ ਸਵਾਰ ਹੋ ਜਾਈਏ, ਫਿਰ ਉਸ ਮਨੁੱਖ ਦੀ ਆਤਮਾ ਵਿਕਾਰ ਉਹਨੂੰ ਡੋਬ ਨਹੀਂ ਸਕਦੇ। ਇਹ ਘੁੰਮਣ ਘੇਰੀਆਂ ਇਹ ਲਹਿਰਾਂ ਉਹਦਾ ਕੁਝ ਵੀ ਵਿਗਾੜ ਨਹੀਂ ਸਕਦੀਆਂ। ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇਣਾ ਮਾਂ ਪਿਰੀ। ਵੀ ਮੇਰਾ ਪ੍ਰੀਤਮ ਮੈਨੂੰ ਡੁੱਬਣ ਨਹੀਂ ਦਿੰਦਾ, ਭਾਵੇਂ ਜਿੰਨੀਆਂ ਮਰਜ਼ੀ ਇਹ ਲਹਿਰਾਂ ਜਿਹੜੀਆਂ ਹਨ ਉਹ ਸਾਗਰ ਦੇ ਵਿੱਚ ਆਈ ਜਾਣ। ਕਿਉਂ? ਕਿਉਂਕਿ ਗੁਰੂ ਸਮਰੱਥ ਹੈ, ਗੁਰੂ ਤਕੜਾ ਹੈ, ਗੁਰੂ ਸਾਨੂੰ ਇਸ ਬਚਾਉਣ ਦੇ ਲਾਇਕ ਹੈ। ਗੁਰੂ ਪਾਤਸ਼ਾਹ ਸਤਿਗੁਰੂ ਸਾਨੂੰ ਸਮਝਾਉਂਦੇ ਨੇ
कि परमेश्वर की याद एक ऐसी चीज है जिहड़ी इन्हां विकारां दीयां लहरां दी परवाह नहीं करती। ये याद जे गुरु दे परने पै के कीती जावे, गुरु दी हजूरी दा निग मान लिया जावे, गुरु नूं अपनी जीवन की डोर दे दित्ती जावे, तां गुरु पातशाह कहंदे ने रहमत बख्शिश सतगुरु दी हो जाती है। भगत नामदेव जी ने बसंत राग विच एक नक्शा खिंचिया, कहंदे ने लोभ लहर अत नीजर बाजै, काया डूबे केशवा, संसार समुंदे तार गोबिंदे, तार लै बाप बीठला। ये मेरे बाप मैनू इस संसार भवजल तो तार दे। संसार समुंदर दे विचों लहरां पै रही हैं, लोभ लहरां उठ रही हैं। मेरे बाप मेरे पिता मैनू इस संसार भवजल तो पार कर। अलल बेड़ा हूं खेव ना साकूं। गुरु पातशाह जी क्या कमाल दियां उदाहरणा दिंदे ने। भगत नामदेव जी, तेरा पार न पाया बीठला, मैं किथे छोटा जिहा तेरा पार पा सकदा, ना ये भवजल तो मैं पार हो सकदा हां। बस तू दयाल हो, मैनू गुरु नाल मिला दे। हो दयाल सतगुर मेल तू मोको, सतगुर मेल तू मोको, मैनू गुरु ना मिला। मेरा मन तड़फदा है, मैं गुरु की शरण विच पैना चाहुंदा। क्यों? पार उतारे केशवा, गुरु मैनू इस संसार भवजल तो पार कर दे। तरला है जो करना पैंदा है। जब तक असीं तरला करके गुरु की शरण विच नहीं पैंदे, ये कहना पवेगा भगत नामदेव जी वांगू कि नामा कहे हूं तर भी ना जानू। कहंदे मालका मैनू तो तरना भी नहीं आउंदा, बस इक्को गल आउंदी है, मोको बांह दे बीठला। तो मैनू अपनी बांह फड़ा दे, तेरी बांह फड़ के मैं भी तर जावां। जदों बांह गुरु दे हत्थ विच फड़ा दिंदे हां, गुरु फिर साडी बांह फड़ के सानू संसार भवजल तो पार कर दिंदा है। अगन सागर बूढ़त संसारा, नानक बांह पकड़ सतगुर निस्तारा। सतगुरु का इस संसार भवजल तो पार कर दिंदा है। बांह नहीं फड़ाउंदे, असीं अपनी बांह नूं अपनी समझ लिया, गुरु की अमानत नहीं समझिया। ਜਿਹੜੇ गुरु की अपनी इस काया नूं गुरु की अमानत समझ लेंदे ने, वो फिर गुरु नूं अर्पण कर लग्या एक खिन नहीं लाउंदे। इहो जे एहसास जागे सन भाई दया राम कि उन्हां दे चार साथियां दे अंदर जदों उन्होंने दशमेश पिता की चमकदी हुई शमशीर दे अगे अपनियां गर्दनां झुका दित्तियां सन, आनंदपुर साहब की पावन धरती ते केसगढ़ के मैदान ते, ये कह के सतगुरु जीओ साडा सीस हाज़र है। क्योंकि बांह फड़ाउण की गल समझ आ गई, बांह किवें फड़ाउणी है। सतगुरु नूं सीस भेटण की गल, भेट करन की गल समझ आ गई। गुरु पातशाह जी नूं अपना आप अर्पण की गल समझ, अर्पण करन की गल समझ आ गई। ये समझ आ गया तन मन धन गुरु नूं दे के ही कुछ गल बनेगी। भाई दया राम ते उन्हां दे चार साथियां नूं गुरु गोबिंद सिंह महाराज सच्चे पातशाह ने अपने प्यारे कहा, जिस सिख गुरु नूं अपना सीस दिंदा है तां गुरु सिख तो भी सदके कुर्बान जांदा है। गुरु सिख तो भी कुर्बान जांदा है। और ये गल कहंदा है कि मैं तुहाडे तो ही मेरी सिरजना हुई है। ये कलगीधर पातशाह ने गल्लां कहियां। कहण दा मतलब यह है भी गुरु नूं अपने जीवन की डोर देनी पैंदी है। फिर गुरु करदा की है? भट्ट नल जी ने एक सोईया लिखिया है, साहिब श्री गुरु ग्रंथ साहिब जी के अंदर पावन अंक 1399 ते यह सोईया दर्ज है। भट्ट नल जी उच कहंदे ने गुरु तां कच तो कंचन बना दिंदा है। भाव जे कच वर्गी साडी कीमत नहीं सी, पर गुरु ने सानू सोने वर्गा बना दिता। जदों गुरु का शब्द इन्हां कन्नां नाल सुनिया,
उस शब्द की बरकत नाल मेरा जीवन कच तो कंचन बन गया। जहर नाल भरिया होया सी, विकारां दी जहर नाल, तां मेरा जीवन अमृत वर्गा हो गया। नाम रस नाल, अमृत नाल भर गया। जदों मैं सतगुर दा नाम सुनिया ते इस मूह तो सतगुर दा रसना नाल नाम उचारिया, फिर मेरा जीवन बिख तो अमृत बन गया। लोहे वर्गा सा, जंगाले हुए लोहे वर्गा, जिहदी कोई कदर नहीं। पर जदों मैं सतगुर दी नजर हेठ आ गया, ਉਹਨੇ ਮੈਨੂੰ लाल वर्गा बना दिता, हीरियां वर्गा मुल बन गया। सतगुर दी नजर सदका मेरा मुल हीरियां वर्गा बन गया। गुरु दी किरपा हुई, मैं सतगुर दी शरण विच आया, सतगुर ने मैनू लाल वर्गा बना दिता। गुरु पातशाह जी दे पावन बचन कमाल दे हन। गुरु ग्रंथ साहब जी दे अंदर जो भट्ट नाल जी ने लिखे, कहंदे मैं तां पत्थर सां, पत्थर, पर गुरु ने मैनू कीमती मोती बना दिता। कदों? जदों गुरु दा ज्ञान मैं इस हिरदे नाल विचार लिया। एक आम लक्कड़ नूं गुरु ने मैनू चंदन वर्गा कर दिता, खुशबूदार बना दिता। ਜਿਹੜਾ केवल बालन दे काम आंदा सी, हुण कीमती चीज बन गया। मेरे सारे दुख दरिद्र पाप गुरु ने कट दिते। जिसने भी कहते ने भरोसा रखियो सतगुरु दे चरण परसे हन, वो पश प्रेत उन्हां तो देवतियां दी बिरती बन गई। जिन्हां अंदर कोई ज्ञान नहीं सी, उन्हां नूं ज्ञानवान बना दिता। भट्ट नाल जी ਇਹ ਸੂਈਆ ਲਿਖ ਕੇ ਸਾਨੂੰ ਦੱਸਦੇ ਹਨ, ਕੱਚੋਂ ਕੰਚਨ ਭਿਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਣਿਓ। ਕੰਨਾਂ ਨਾਲ ਸੁਣਿਆ, ਕੱਚ ਤੋਂ ਕੰਚਨ ਬਣ ਗਿਆ। ਨਾਮ ਰਸਨਾ ਨਾਲ ਬੋਲਿਆ, ਮਹਾਰਾਜ ਕਹਿੰਦੇ ਬਿਖ ਤੋਂ ਅੰਮ੍ਰਿਤ ਹੋ ਗਿਆ। लोयो होयो लाल नदर सतगुर जद धारै, पाहन मानक करे ज्ञान गुर केहो विचारै। पाहन मानक करे, कीमती मोती बना दिता। पत्थरां वर्गा सा, जिहड़े लोकां दे पैरां दे ठड्डी खांदा सा, अज गुरु ने मैनू कीमती बना दिता है। गुरु जीवन बदल दिंदा है। काठों श्री खंड सतगुर कियो, दुख दरिद्र तिन के गया। सतगुर चरण जन परसिया, से पश प्रेत सुर नर पिया। जिन्हें सतगुरु नूं परसिया, गुरु ने उन्होंने देवतियां वर्गी बिरती बना दी। भाव डुबदे पेशा इस सागर विच गुरु ने पार कर दिता। सदके मैं अपने सतगुरु दे जिस दी सिमरन जिहदी बंदगी नाल मेरा मिलाप अपने खसम नाल होया, जिस गुरु ने मैनू उपदेश दे के ज्ञान दा सुरमा बख्श दिता और इन्हां नेत्रां दे नाल संसार भवजल तो पार होंदा रस्ता दिसन लग गया। पर जिहड़े गुरु दी शरण विच नहीं आउंदे, वो तां डुब जाणगे, तो संसार भवजल तो पार नहीं हो सकणगे। क्योंकि सतगुरु ही एक ऐसा जहाज है जिहड़ा संसार भवजल तो पार कर सकता है। गल बिरलियां नूं समझ आउंदी है कि गुरु अपनी किरपा करके संसार भवजल तो पार कर दिंदा है। सतगुर विटों वारिया, जित मिले खसम संभालिया। सदके बलिहार में अपने गुरु तो, जिन कर उपदेश ज्ञान अंजन दिया, इनी नेत्री जगत निहालिया। गुरु ने उपदेश ज्ञान का सुरमा दे दिता, अज्ञानता का हनेरा दूर हो गया। खसम छोड़ दूजे दूजे लगे, डुबे सेवन जा रहा।
सतगुरु है बोहिथा, बिरला कने विचारिया, कीता की कर कृपा पार उतारिया, जिस गुरु मिले तिस पार उतारे। कृपा करके पार कर दिता इस संसार भवजल तो। गुरु ने जदों मैनू गुरु नाल मिलाप होया, मेरा भटकदा होया मन भी काबू विच आ गया। जदों गुरु मिलिया, भटकदा होया मन काबू च आ गया। पंजे जिहड़े महाबली सन, जिन्हां ने मेरी दौड़ लवाई हुई सी, जिन्हां दे खातर मैं दौड़दा ही रहिंदा सा, ये मेरे काबू विच आ गए, मुक गए, अधीन हो गए। ते सतगुर दे दरगाह विच मैनू मान मिल गया। हुण मेरी इस हिरदे दी नगरी विच दिन रात परमेश्वर दी बंदगी हो रही है, गुण गाया जा रहा है। जब गुर मिलिया तब मन वस आया। ये बचन गौड़ी ग्वाररी दे विच गुरु रामदास महाराज दे हन। गुरु मिलिया, मन वस विच आ गया। धावत पंच रहे हर ध्याया। ਜਿਹੜੇ ਪੰਜਾਂ ਸਨਾਂ ਦੌੜਦਾ ਸੀ ਮਨ ਟਿਕ ਗਿਆ, ਮੁੱਕ ਗਿਆ ਉਹਨਾਂ ਦਾ ਦੌੜਨਾ, ਦੌੜ ਭੱਜ ਖਤਮ ਹੋ ਗਈ। ਅੰਦਨ ਨਗਰੀ ਹਰ ਗੁਣ ਗਾਇਆ। ਹੁਣ ਹਿਰਦੇ ਦੀ ਨਗਰੀ ਵਿੱਚ ਹਰ ਵੇਲੇ ਪਰਮੇਸ਼ਰ ਦੀ ਯਾਦ ਵਸੀ ਹੋਈ ਹੈ। ਇਹ ਗੁਰੂ ਨੇ ਮੈਨੂੰ, ਜਦੋਂ ਮੇਰੀ ਬਿਰਤੀ ਇਹੋ ਜਿਹੀ ਬਣ ਗਈ, ਤਾਂ ਜਦੋਂ ਇਹੋ ਜਿਹੀ ਅਵਸਥਾ ਬਣ ਗਈ, ਗੁਰੂ ਫਿਰ ਸਾਨੂੰ ਇਸ ਸੰਸਾਰ ਭਵ ਤੋਂ ਪਾਰ ਕਰ ਦਿੰਦਾ ਹੈ। जिस गुर मिले तिस पार उतारे। डुबन ही नहीं देता। अवगुण मिटे गुण निस्तारे। गुरु अवगुण कट दिंदा। करदा की है गुरु? शिंगारदा किवें है? गुरु साडे अवगुणां नूं कट दिंदा है और गुणां दा वासा कर दिंदा है। ਜਿਹੜੇ ਗੁਣ ਸਾਨੂੰ ਸੰਸਾਰ ਭਵਜਲ ਤੋਂ ਪਾਰ ਕਰ ਦਿੰਦੇ ਹਨ, ਵਿਕਾਰਾਂ ਤੋਂ ਬਚਾ ਲੈਂਦੇ ਹਨ। ਜਦੋਂ ਗੁਣ ਆ ਜਾਣਗੇ, ਸਤਿਗੁਰੂ ਜੀ ਇਸ ਸ਼ਬਦ ਵਿੱਚ ਸਮਝਾਉਂਦੇ, ਇਸ ਪੌੜੀ ਵਿੱਚ ਸਮਝਾਉਂਦੇ ਕਿ ਵਿਕਾਰਾਂ ਤੋਂ ਮਨੁੱਖ ਦੀ ਖਲਾਸੀ ਹੋ ਜਾਂਦੀ ਹੈ। ਅਵਗੁਣ ਕਾਟ ਗੁਣ ਹਿਰਦੈ ਸਮਾਏ। पूरे गुर कै शहर सुभाए। पूरे गुर की साची बाणी। सुखमान अंतर शहर समाणी। एक अचरज जन देखो भाई। दुबदा मार हर मन वसाई। हुण तां हैरानी जन कौतक वरत गया। दुबदा ही है जिहड़ी साडे विच रुकावट है। दो रुखी चाल, दो पासे ख्याल, करिए कि ना करिए, उठिए कि ना उठिए। जद तक दुबदा है तद तक टिकाऊ नहीं है। जदों टिकाऊ है उदों दुबदा नहीं है। जदों मनुख गुरु चरना विच थिर हो जाता है, थिर थिर चित थिर, हां हुण जांदा ही नहीं मन किते। ਹੁਣ ਮੈਨੂੰ ਕਿਤੇ ਭਟਕਣ ਦੀ ਲੋੜ ਹੀ ਨਹੀਂ ਪਈ। ਮੈਨੂੰ ਪਤਾ ਲੱਗ ਗਿਆ ਘਰ ਮੇਰਾ ਜੰਗਲ ਇੱਕੋ ਜਿਹੀ ਚੀਜ਼ ਹੀ ਹੈ। ਮੈਂ ਕਿ ਗੁਰੂ ਨੂੰ ਆਪਣਾ ਮੰਨ ਦਿੱਤਾ ਹੈ। ਥਿਰ ਥਿਰ ਚਿੱਤ ਥਿਰ, ਹਾਂ ਟਿਕ ਗਿਆ, ਟਿਕ ਗਿਆ, ਟਿਕ ਗਿਆ। ਮੇਰਾ ਮਨ ਹੁਣ ਗੁਰੂ ਚਰਨਾਂ ਵਿੱਚ ਟਿਕ ਗਿਆ। ਬਣ ਗ੍ਰਹਿ ਸਮਸਰ, ਹਾਂ ਅਸਵਰੀ ਸਰਲੇਖ ਹੈ ਸ਼ਬਦ ਦਾ। ਹੁਣ ਇਹ ਜੰਗਲ ਘਰ ਇੱਕੋ ਜਿਹਾ ਹੀ ਲੱਗਦਾ ਹੈ। ਕਹਿੰਦੇ ਮੈਂ ਗੱਡਿਆ ਹੋਇਆ ਸੀ, ਗਹਿਟਿਓ ਮੂੜ ਨਰ ਹਾਂ। ਅਨਨ ਉਪਾਵ ਕਰ ਹਾਂ, ਪਰ ਤੋ ਨਿਕਸੈ ਸ਼ਰਨ ਪੈ ਰੀ ਸਕੀ। ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਮੈਨੂੰ ਪਾਰ ਉਤਾਰਾ ਕਰ ਦਿੱਤਾ। ਗੁਰੂ ਕਰਦਾ ਕੀ ਹੈ? ਆਪਣੀ ਕਿਰਪਾ ਦੀ ਨਜ਼ਰ ਸਾਡੇ ਉੱਤੇ ਕਰਦਾ ਹੈ। ਕਿਰਪਾ ਦ੍ਰਿਸ਼ਟੀ, ਸਿਰ ਉੱਤੇ ਹੱਥ ਰੱਖਦਾ ਬਖਸ਼ਿਸ਼ ਦਾ। ਆਮ ਸ਼ਬਦ ਅਸੀਂ ਪੜ੍ਹਦੇ ਹਾਂ ਚਤੁਰ ਦਿਸ਼ਾ,
कीनो बल अपना, सिर ऊपर कर धार्यो, कृपा कटाख अवलोकन कीनो, दास का दुख बिदार्यो। आम शब्द असी पढ़ते हैं, सुनते भी हैं। किरपा दी नजर कीती मालक ने, मेरे सारे अवगण कट दिते। दुख की सन? अवगण। गुरु ने सारे अवगणा की फाही कर दी। हर जन राखे गुर गोबिंद, कंठ लाए अवगन सब मेटे, दयाल पुरख बख्शिंद। अवगण सारे मेट दिते, तो दयालु है मेरा सतगुरु। फिर कहते जो मांगे ठाकुर अपने ते, सोई सोई देवै, नानक दास मुख ते जो बोले, इहां उहां सच हो गए। गुरु नानक पातशाह कहते तू बोल तो सही, तेरा तो दरगाह च भी परवार हो जाएगा, क्योंकि तेरे अवगण गुरु ने कट दिते हैं। गुरु ने अवगण कट दिते, ते गुरु जदों अवगण कट दिता है, विकारां तो खलासी हो जाती है। जदों विकारां तो खलासी हो जाती है, उदों जीवन के बंधन टुट जाते हैं। अगली पंक्ति च महाराज ने दस दिता, मुक्त महासुख गुर शब्द विचार, गुर शब्द विचार। मुक्त है बंधना तो खलासी, बंधन टुट जाने। महासुख का अर्थ है वड्डा सुख, सुख ते वड्डा महासुख। दोनों च फर्क है। सुख तो संसार के पदार्थों में भी हो सकता है, जिन्हों इंसान सुख समझता है। वड्डा सुख है अंदरला सुख, अध्यात्मक सुख, महासुख। जेड़ा मनुख गुरु की शरण विच पै जाता है, उहदे बंधन टुट जाते हैं। बंधन ही तो हैं जिहड़े सानू जीवन की बाजी विचों पार नहीं होण दिंदे। बंधन किहड़े हैं? मुक्त की है? बंधना तो छुटकारा। मुक्त लफज नूं असी धर्म की दुनिया विच बहुत गलत भी इस्तेमाल किया, और साडे अंदर एक ख्याल पक्का हो गया भी साडी मुक्ति मरण तो बाद ही होनी है। एक साडा भुलेखा लग गया साडे अंदर, और मुक्ति के सनाम दे उत्ते बहुत सारे कर्म कांड जिहड़े सी वो भी इस संसार की झोली विच पै गए। मुक्ति के नां ते हत्थां दे दीवे बाले जांदे, मुक्ति के नां ते कपाल क्रिया की जाती, मुक्ति के नां दे उत्ते ही इहदे हड्डियां रोड़ियां जांदियां किते खास स्थान के उत्ते, मुक्ति के नाम के उत्ते। अज मुक्ति लफ्ज तो असी बहुत सारे कर्म कांडां विच फस गए। इत्थों तक देखो धर्म की दुनिया विच असी कई थां ते अपने इस धर्म नूं भी बंधन बना लिया है। बंधन की है? जेड़े सानू आजाद होके काम ना करन देन। असी तो बाणी पढ़न नूं भी बंधन बना लिया। गुरु ग्रंथ साहब सच्चे पातशाह जी का पूरा पाठ 48 घंटिया विच ही पूरा होना चाहिए, यह भी साडे लई एक बंधन बन गया। बाणी तो पढ़न समझन लई सी। सारा ध्यान पाठ करने वालियां दा घड़ी दीयां सूइयां ते ही हुंदा है भी पाठ अगे है, पाठ पिछे है, भाई साहब स्पीड तेज कर दिओ, हौली कर दिओ। असी तो बंधना च बचे रह गए। जिस गुरु की बाणी ने साडे बंधन कटने सन, असी उस बंधना विच ही असी धर्म दे बंधना विच अपने जीवन नूं गवाउणा शुरू कर दिता। गुरु की बाणी बंधन कट्टण लई सी, और गुरु पातशाह जी की बाणी बंधना नूं मरण तो बाद भी परवार नहीं करती। भगत नामदेव जी ने जिहड़ा वचन लिखिया, कहंदे मैनूं नहीं वो मुक्ति चाहिदी जिहड़ी तू मरण तो बाद दवेगा, मैं करनी है। मैनूं इत्थे मुक्ति दी क्यों? इत्थे मैनूं धक्के पैण। ये पंडिया मैनूं जिहड़े नीच नीच कहंदे ने, ये पांडे जिहड़े धर्म दे आगू ने, ते मरण तो बाद जे मेरी मुक्ति हो भी जाए तो मैं किहड़ा देखण आउणा है? मैनूं ओहो जी मुक्ति नहीं चाहिदी। भगत नामदेव जी ने कमाल दे वचन लिखे,
ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੋ ਕੋਇਲਾ। ਕਿਸੇ ਨੂੰ ਕੀ ਪਤਾ ਲੱਗਣਾ ਮੈਂ ਮੁਕਤ ਹੋ ਗਿਆ ਕਿ ਨਹੀਂ ਹੋ ਗਿਆ। ਇੱਥੇ ਤਾਂ ਮੇਰੀ ਬੇਇੱਜ਼ਤੀ ਹੋ ਗਈ, ਤੇਰੇ ਭਗਤ ਦੀ ਇੱਥੇ ਬੇਇੱਜ਼ਤੀ ਹੋ ਜਾਏ, ਇੱਥੇ ਇੱਜ਼ਤ ਹੀ ਨਾ ਰਹੇ, ਤੇ ਮਰਨ ਤੋਂ ਬਾਅਦ ਮੁਕਤੀ ਦੀਆਂ ਗੱਲਾਂ ਮੈਂ ਕਿਉਂ ਕਰਨੀਆਂ। ਮੈਨੂੰ ਸਮਝ ਨਹੀਂ ਆਈ ਗੱਲ। ਅਸੀਂ ਵੀ ਅੱਜ ਲੰਮੀਆਂ ਅਰਦਾਸਾਂ ਮੁਕਤੀ ਦੀਆਂ ਹੀ ਕਰਦੇ ਰਹਿੰਦੇ ਹਾਂ। 20-20 ਸਾਲ ਸਾਡੇ ਵਡੇਰਿਆਂ ਨੂੰ ਮਰਿਆਂ ਨੂੰ ਹੋ ਗਏ, ਹਰ ਸਾਲ ਅਸੀਂ ਰੀਨਿਊ ਕਰਦੇ ਹਾਂ ਜੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਬੜੀ ਹੈਰਾਨੀ ਦੀ ਬਾਤ ਹੈ। ਮੁਕਤੀ ਦਾ ਦਰ ਗੁਰੂ ਜੀ ਨੇ ਇੱਥੇ ਦੱਸਿਆ। ਬੰਧਨਾਂ ਤੋਂ ਛੁਟਕਾਰਾ, ਮਹਾ ਸੁਖ ਗੁਰੂ ਸ਼ਬਦ ਦੀ ਵਿਚਾਰ ਵਿੱਚ ਹੈ। ਉਹ ਅਸੀਂ ਕੀਤੀ ਨਹੀਂ, ਔਰ ਵਿਚਾਰ ਕਰਦੇ ਕਰਦੇ ਹੀ ਅਸੀਂ ਬੰਧਨਾਂ 'ਚ ਪੈ ਗਏ। ਵਿਚਾਰ ਕਰਦੇ ਹੋਏ ਵੀ ਅਸੀਂ ਤਾਂ ਬੰਧਨਾਂ 'ਚ ਹੀ ਪੈ ਰਹੇ। ਨਿਰਤਕ ਪ੍ਰਾਣੀ ਚੜ੍ਹਾਈ ਕਰ ਜਾਏ, ਉਹਦਾ ਭੋਗ ਵੀ ਬੰਧਨ ਬਣ ਗਿਆ ਜੀ। 10ਵੇਂ 'ਚ ਪੈਣਾ ਜ਼ਰੂਰੀ ਹੈ, ਇਹਦਾ 17ਵੇਂ 'ਚ ਪਾਉਣਾ ਜ਼ਰੂਰੀ ਹੈ। ਸਾਡੇ ਤਾਂ ਬੰਧਨ ਬਣ ਗਿਆ। ਕਿੰਨੇ ਹੈਰਾਨੀ ਦੀ ਬਾਤ ਇਹ ਹੈ ਵੀ ਅਸੀਂ ਧਰਮ ਕਰਮ ਕਰਦੇ ਹੋਏ ਵੀ ਉਹਨਾਂ ਕਰਮ ਕਾਂਡਾਂ ਵਿੱਚ ਫਸੇ ਰਹੇ ਜਿਨ੍ਹਾਂ ਤੋਂ ਗੁਰੂ ਨੇ ਸਾਨੂੰ ਬਾਹਰ ਕੱਢਿਆ ਸੀ। ਗੁਰੂ ਕਹਿੰਦਾ ਸੁਖ। ਹੁਣ ਸੁਖ ਕਿਹੜਾ? ਮਹਾ ਸੁਖ। ਉਹ ਸੁਖ ਜਿਹੜਾ ਅੰਦਰ ਸੁਖ ਦੇਵੇ। ਗੁਰੂ ਮਹਾਰਾਜ ਕੋਈ ਹੋਰ ਸੁਖ ਵੀ ਹੁੰਦਾ ਹੈ ਕਿ ਮੈਨੂੰ ਧਨ ਦੌਲਤ ਸੁਖ ਨਹੀਂ ਦੇ ਸਕਦਾ, ਮੈਨੂੰ ਦੁਨੀਆ ਦੇ ਪਦਾਰਥ ਸੁਖ ਨਹੀਂ ਦੇ ਸਕਦੇ। ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਗੱਲ ਸਮਝਾ ਦਿੱਤੀ। ਕਹਿੰਦੇ ਨਹੀਂ ਬਈ, ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਉਹ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਮਹਾਸੁਖ ਗੁਰੂ ਦੇ ਗੁਣ ਗਾਉਣ ਵਿੱਚ ਹੈ, ਦੌਲਤ ਇਕੱਠੀ ਕਰਨ ਵਿੱਚ ਨਹੀਂ। ਅਸੀਂ ਤਾਂ ਹੈਰਾਨੀ ਦੀ ਗੱਲ ਇਹ ਹੈ, ਜਦੋਂ ਥੋੜਾ ਜਿਹਾ ਪਿੱਛੇ ਨੂੰ ਚਲੇ ਜਾਈਏ ਉਦੋਂ ਦੁਨਿਆਵੀ ਸੁੱਖ ਇੰਨੇ ਨਹੀਂ ਸਨ ਹੁੰਦੇ। ਪਰ ਕਿਸੇ ਨੂੰ ਪੁੱਛ ਕੇ ਵੇਖੋ, ਆਪਣੇ ਬਜ਼ੁਰਗਾਂ ਨੂੰ ਇੱਕੋ ਕਹਿਣਗੇ ਅਸੀਂ ਬੜੇ ਸੁਖੀ ਸਾਂ। ਵੱਧ ਤੋਂ ਵੱਧ 2 ਜੋੜੇ ਕੱਪੜਿਆਂ ਦੇ ਹੋਣੇ, ਇੱਕ ਲਾ ਲਿਆ ਇੱਕ ਧੋ ਲਿਆ, ਬਸ ਇਸ ਤਰ੍ਹਾਂ ਹੀ ਜ਼ਿੰਦਗੀ ਚੱਲਦੀ ਸੀ। ਤੇ ਉਹ ਜ਼ਿੰਦਗੀ ਚ ਕਹਿੰਦੇ ਅਸੀਂ ਬੜੇ ਸੁਖੀ ਸਾਂ। ਅੱਜ 36 ਪ੍ਰਕਾਰ ਦੇ ਪਦਾਰਥ ਸਾਡੇ ਪਾਸ ਹਨ, ਹਰ ਸੁੱਖ ਸਾਡੇ ਕੋਲ ਦੁਨਿਆਵੀ ਤੌਰ ਤੇ ਹੈ, ਪਰ ਅੰਦਰੋਂ ਅਸੀਂ ਦੁਖੀ ਹਾਂ। ਮਨੁੱਖ ਰਾਤ ਨੂੰ ਚੈਨ ਦੀ ਨੀਂਦ ਵੀ ਨਹੀਂ ਸੌਂਦਾ। ਕਾਰਨ ਕੀ ਹੈ? ਜਾਂ ਮਹਾਸੁਖ ਦੀ ਗੱਲ ਸਾਡੀ ਸਮਝ ਵਿੱਚ ਨਹੀਂ ਆਈ, ਨਾ ਹੀ ਮਹਾਸੁਖ ਦੀ ਗੱਲ ਸਾਡੇ ਪੱਲੇ ਪਈ ਹੈ। ਅਸਲ ਵਿੱਚ ਜੇ ਸਾਨੂੰ ਇਹ ਮਹਾਸੁਖ ਦੀ ਗੱਲ ਹੀ ਸਮਝ ਦੇ ਵਿੱਚ ਨਹੀਂ ਆਈ, ਉਹ ਹੈ ਗੁਰੂ ਜੀ ਦੀ ਸ਼ਬਦ ਦੀ ਵਿਚਾਰ ਦੇ ਵਿੱਚ। ਗੁਰੂ ਸ਼ਬਦ ਦੀ ਵਿਚਾਰ ਨਹੀਂ ਕੀਤੀ ਤੇ ਅਸੀਂ ਕਹੀਏ ਗੁਰੂ ਦੇ ਦਰਸ਼ਨ ਹੋ ਗਏ। ਗੁਰੂ ਸਾਹਿਬ ਨੇ ਵੀ ਗੱਲ ਸਮਝਾ ਦਿੱਤੀ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕੇਵਲ ਰੁਮਾਲਾ ਚੁੱਕ ਕੇ ਦਰਸ਼ਨ ਕਰ ਲੈਣ ਨਾਲ ਨਹੀਂ ਗੱਲ ਬਣਨੀ, ਔਰ ਕੇਵਲ ਜਪ ਦਾ ਪਾਠ ਕਰ ਲੈਣ ਗੱਲ ਨਹੀਂ ਬਣਨੀ। ਜਪ ਦੀ ਸਮਝ ਆਈ? ਜਪ ਵਿੱਚ ਲਿਖਿਆ ਕਿ ਗੁਰੂ ਨੇ ਪਤਾ ਲੱਗ ਗਿਆ? ਹਾਲੇ ਤੱਕ ਸਾਨੂੰ ਜਪ ਜੀ ਦੀ ਬਾਣੀ ਦਾ ਹੀ ਅਰਥ ਬੋਧ ਨਹੀਂ ਆਇਆ, ਔਰ ਨਾ ਹੀ ਵਿਚਾਰ ਸਮਝ ਆਈ ਵੀ ਗੁਰੂ ਨੇ ਫਿਲਾਸਫੀ ਕੀ ਦਿੱਤੀ ਹੈ। ਸਾਡੇ ਝਗੜੇ ਹੋਰ ਦੇ ਹੋਰ ਪੈ ਗਏ। ਅਸੀਂ ਇਹਨਾਂ ਝਗੜਿਆਂ ਵਿੱਚ ਫਸ ਕੇ, ਬੰਧਨਾਂ ਵਿੱਚ ਵੱਜ ਕੇ ਅਸੀਂ ਆਪਣੇ ਆਪ ਦੀ ਅਧਿਆਤਮਿਕ ਜੀਵਨ ਨੂੰ ਗਵਾ ਲਿਆ। ਸਭ ਤੋਂ ਸੁੱਖ ਜਿਹੜਾ ਹੈ ਗੁਰੂ ਸ਼ਬਦ ਦੀ ਵਿਚਾਰ ਵਿੱਚ ਹੈ। ਜਦੋਂ ਗੁਰੂ ਦਾ ਸ਼ਬਦ ਦੀ ਵਿਚਾਰ ਸਿਰ ਦੇ ਵਿੱਚ ਵਸ ਜਾਂਦੀ ਹੈ, ਭਗਤ ਕਬੀਰ ਜੀ ਗੱਲ ਸਮਝਾਉਂਦੇ, ਗੁਰੂ ਸ਼ਬਦ ਦੀ ਵਿਚਾਰ ਨਾਲ ਇਨਸਾਨ ਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ ਵੀ ਜੀਵਨ ਜਿਉਣਾ ਕਿੱਦਾਂ ਹੈ, ਔਰ ਜੀਵਨ ਤੇ ਮਰਨ ਦੀ ਵੀ ਸੋਝੀ ਹੋ ਜਾਂਦੀ ਹੈ। ਮਰਨਾ ਕੀ ਹੈ, ਜੀਵਨ ਕੀ ਹੈ, ਜੀਵਨ ਦੀ ਸੋਝੀ, ਮਰਨ ਦੀ ਸੋਝੀ। ਫਿਰ ਕਹਿੰਦੇ ਇਹ ਗੱਲਾਂ ਕਹਿਣ ਦੀਆਂ ਬਿਆਨ ਕਰਨ ਦੀ ਲੋੜ ਨਹੀਂ ਪੈਂਦੀ। ਜਿਸ ਮਨੁੱਖ ਦੇ ਅੰਦਰ ਗੁਰੂ ਸ਼ਬਦ ਦੇ ਵਿਚਾਰ ਨੇ ਆਪਣਾ ਹਿੱਸਾ ਪਾ ਲਿਆ, ਥਾਂ ਬਣਾ ਲਈ, ਉਹਦਾ ਜੀਵਨ ਵਿੱਚ ਉਹਦੀ ਝਲਕ ਨਜ਼ਰ ਆ ਜਾਂਦੀ ਹੈ। ਤੇ ਜੀਵਨ ਵਿੱਚ ਝਲਕ ਨਜ਼ਰ ਆਉਂਦੀ ਹੈ।
ਉਹ ਦੱਸਣ ਦੀ ਲੋੜ ਨਹੀਂ ਪੈਂਦੀ। ਕਹਿੰਦੇ ਚੰਦਨ ਤੇ ਕੇਸਰ ਦੋਨੇ ਹੀ ਸੁਗੰਧੀ ਵਾਲੇ ਪਦਾਰਥ ਹਨ। ਜਦੋਂ ਦੋਨਾਂ ਨੂੰ ਹੀ ਰਲਾ ਕੇ ਕਿਤੇ ਸੁਗੰਧੀ ਲਾਓ, ਕਮਾਲ ਦੀ ਸੁਗੰਧ ਆਉਂਦੀ ਹੈ। ਜਦੋਂ ਗੁਰੂ ਤੇ ਗੁਰੂ ਕਾ ਸਿੱਖ ਗੁਰੂ ਦੀ ਦਸੀ ਮਰਿਆਦਾ ਨੂੰ ਕਿਤੇ ਆਪਣੇ ਅੰਦਰ ਲੈ ਲਵੇ, ਇਹ ਤਾਂ ਚੰਦਨ ਤੇ ਕੇਸਰ ਮਿਲ ਜਾਣਾ, ਤਾਂ ਫਿਰ ਇਹਦੀ ਸੁਗੰਧੀ ਵੀ ਬਾ ਕਮਾਲ ਹੋਏਗੀ। ਕਮਾਲ ਦੀ ਸੁਗੰਧੀ ਹੋਏਗੀ, ਗੁਣਾਂ ਦੀ ਸੁਗੰਧੀ ਹੈ ਨਾ। ਗੁਰੂ ਸ਼ਬਦ ਦੀ ਵਿਚਾਰ ਨਾਲ ਇਹ ਗੱਲ ਸਮਝ ਆ ਜਾਂਦੀ ਹੈ। ਜਦੋਂ ਜੀਵ ਆਤਮਾ ਤੇ ਪਰਮ ਆਤਮਾ ਦਾ ਮੇਲ ਹੋ ਜਾਏ, ਆਪਸ ਵਿੱਚ ਸੁਮੇਲ ਹੋ ਜਾਏ, ਤਾਂ ਮਨੁੱਖ ਫਿਰ ਇਹ ਜਗਤ ਦੇ ਤਮਾਸ਼ੇ ਤੋਂ ਉੱਪਰ ਉੱਠ ਕੇ ਇਹਨੂੰ ਜਗਤ ਦੀ ਅਸਲੀਅਤ ਦਾ ਸਮਝ ਆ ਜਾਂਦੀ ਹੈ ਵੀ ਜਗਤ ਹੈ ਕੀ। ਬਸ ਇਹੋ ਹੀ ਸ਼ਬਦ ਵਿਚਾਰ ਹੈ ਨਾ, ਇਹੋ ਹੀ ਬੰਧਨਾਂ ਤੋਂ ਛੁਟਕਾਰਾ ਹੈ ਵੀ ਸਾਨੂੰ ਇਸ ਜਗਤ ਦੀ ਅਸਲੀਅਤ ਸਮਝ ਆ ਜਾਏ ਤੇ ਜਗਤ ਦੇ ਤਮਾਸ਼ੇ ਦਾ ਪਤਾ ਲੱਗਦਾ ਹੈ, ਸਾਨੂੰ ਇਹ ਸਮਝ ਆ ਜਾਏ। ਭਗਤ ਜੀ ਕਹਿੰਦੇ ਅਬ ਕਿਆ ਕਥਿਆ ਗਿਆਨ ਵਿਚਾਰਾ। ਕਿਹੜੀਆਂ ਗਿਆਨ ਦੀਆਂ ਗੱਲਾਂ ਹੁਣ ਮੈਂ ਕਰਾਂ। ਨਿਜ ਨਰਖਤ ਗਤ ਵਿਵਹਾਰਾ ਘਸ ਕੁੰਕਮ ਚੰਦਨ ਗਾਰਿਆ ਬਿਨ ਨੈਣੋ ਜਗਤ ਨਿਹਾਰਿਆ। ਕਹਿੰਦੇ ਹੁਣ ਪੂਤ ਪਿਤਾ ਇੱਕ ਜਾਇਆ, ਪੂਤ ਤੇ ਪਿਤਾ ਇੱਕ ਜਾਏ, ਇੱਕ ਥਾਂ ਇਕੱਠੇ ਹੋ ਗਏ। ਭਾਵ ਜੀਵ ਆਤਮਾ ਤੇ ਪਰਮਾਤਮਾ, ਪੂਤ ਪਿਤਾ, ਕਿਉਂਕਿ ਪਿਤਾ ਸਾਡੀ ਆਤਮਾ ਦਾ ਪਰਮੇਸ਼ਰ ਦਾ ਹਿੱਸਾ ਹੈ, ਤੇ ਇਹ ਦੋਨੇ ਇਕੱਠੇ ਹੋ ਗਏ। ਪੂਤ ਪਿਤਾ ਇੱਕ ਜਾਇਆ। ਫਿਰ ਕਹਿੰਦੇ ਬੈਠਾ ਨਗਰ ਵਸਾਇਆ। ਹੁਣ ਕਿਸੇ ਆਸਰੇ ਦੀ ਵੀ ਲੋੜ ਨਹੀਂ, ਦੁਨੀਆ ਦੇ ਆਸਰਿਆਂ ਦੀ ਲੋੜ ਨਹੀਂ ਪਈ। ਹੁਣ ਤਾਂ ਹਿਰਦੇ ਦੀ ਨਗਰੀ ਵਿੱਚ ਖੇੜਾ ਹੀ ਆ ਗਿਆ, ਇਹ ਤਾਂ ਨਗਰ ਵਸ ਗਿਆ। ਅੰਦਰ ਖੁਸ਼ੀ ਆ ਗਈ, ਅੰਦਰ ਭਾਵ ਆ ਗਿਆ, ਅੰਦਰ ਆਨੰਦ ਬਣ ਗਿਆ। ਕਦੋਂ? ਜਦੋਂ ਕਹਿੰਦੇ ਸਤਿਗੁਰੂ ਦੇ ਮੈਂ ਚਰਨਾਂ ਵਿੱਚ ਪੈ ਗਿਆ, ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ। ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਹੁਣ ਇਹ ਜਿੰਨਾ ਕਹਿਣ ਦੀ ਲੋੜ ਨਹੀਂ, ਇਹ ਜੀਵਨ ਹੀ ਸਾਡੇ ਵਿੱਚੋਂ ਸੁਗੰਧੀ ਆ ਜਾਂਦੀ ਹੈ। ਕਦੋਂ? ਜਦੋਂ ਗੁਰੂ ਸ਼ਬਦ ਦੀ ਵਿਚਾਰ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਜਾਏ। ਪੜ੍ਹਨਾ ਜ਼ਰੂਰੀ ਹੈ, ਗੁਰਨਾ ਉਦੋਂ ਵੀ ਜ਼ਰੂਰੀ ਹੈ, ਪਰ ਉਹਦੇ ਨਾਲ ਅਮਲ ਵਿੱਚ ਲਿਆਉਣਾ ਸਭ ਤੋਂ ਜ਼ਰੂਰੀ ਹੈ। ਉਹ ਹੋਏਗਾ ਗੁਰੂ ਸ਼ਬਦ ਦੀ ਵਿਚਾਰ ਨਾਲ। ਤੋ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਗੁਰਮੁਖ ਹਨ, ਬੰਧਨ ਕੱਟੇ ਜਾਂਦੇ ਹਨ। ਅਸਲ ਵਿੱਚ ਇਹ ਮੁਕਤੀ ਦਾ ਦੁਆਰਾ ਜਿਹੜਾ ਹੈ ਬੜਾ ਛੁੰਕੜਾ ਜਿਹਾ ਹੈ, ਛੋਟਾ ਜਿਹਾ ਹੈ। ਜਦ ਤੱਕ ਮਨ ਹਾਥੀ ਬਣਿਆ ਰਹੇ, ਇਸ ਮੁਕਤ ਦੁਆਰੇ ਚੋਂ ਕਿਵੇਂ ਲੰਘੇਗਾ? ਭਗਤ ਜੀ ਨੇ ਜਿਹੜੀ ਗੱਲ ਕੀਤੀ, ਭਗਤ ਕਬੀਰ ਜੀ ਨੇ ਕਹਿੰਦੇ ਨੇ ਇਹ ਤਾਂ ਬੜਾ ਛੋਟਾ ਜਿਹਾ ਦੁਆਰ ਹੈ। ਰਾਈ ਦਾ ਦਾਣੇ ਦੀ ਉਦਾਹਰਨ ਦਿੱਤੀ। ਰਾਈ ਦਾ ਦਾਣਾ ਬੜਾ ਬਰੀਕ ਹੁੰਦਾ ਹੈ, ਪਰ ਕਹਿੰਦੇ ਮੁਕਤੀ ਦਾ ਜਿਹੜਾ ਰਸਤਾ ਉਹ ਤਾਂ ਉਸ ਦਾਣੇ ਤੋਂ 10 ਗੁਣਾ ਬਰੀਕ ਹੈ। 10 ਗੁਣਾ ਕਿੰਨਾ ਬਰੀਕ ਹੈ? ਤੇ ਅਸੀਂ ਕਹੀਏ ਅਸੀਂ ਮੁਕਤੀ ਦਾ ਦੁਆਰਾ ਪ੍ਰਾਪਤ ਕਰ ਲਈਏ। ਦੱਸੋ ਮੁਕਤੀ ਕਿਵੇਂ ਲੰਘਾਂਗੇ, ਕਿਵੇਂ? ਕਿਉਂਕਿ ਮਨ ਸਾਡਾ ਹਾਥੀ ਬਣਿਆ ਹੋਇਆ। ਕਬੀਰ ਮੁਕਤ ਦੁਆਰਾ ਸੁੰਕੜਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ ਨਿਕਲਿਆ ਕਿਉਂ ਕਰ ਜਾਏ। ਕਿਵੇਂ ਨਿਕਲੇਗਾ? ਨਹੀਂ ਨਿਕਲ ਸਕਦਾ। ਪਰ ਅੱਗੇ ਕਹਿੰਦੇ ਐਸਾ ਸਤਿਗੁਰ ਜੇ ਮਿਲੇ, ਜੇ ਗੁਰੂ ਮਿਲ ਜਾਏ, ਟੁੱਠਾ ਕਰੇ ਪਸਾਓ, ਟੁੱਟ ਕੇ ਸਾਡੇ ਤੇ ਨਜ਼ਰ ਕਰ ਦੇਵੇ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਇਹ ਮੁਕਤ ਦੁਆਰਾ ਸਹਿਜੇ ਸੌਖਾ ਹੋ ਜਾਂਦਾ ਹੈ ਇੱਥੋਂ ਲੰਘਣਾ, ਪਰ ਗੁਰੂ ਲੰਘਾਉਂਦਾ ਹੈ। ਗੁਰੂ ਕਰਦਾ ਕੀ ਹੈ? ਗੁਰੂ ਅਮਰਦਾਸ ਜੀ ਨੇ ਅੱਗੇ ਕਹਿ ਦਿੱਤਾ, ਨਾਲ ਇੱਕ ਸ਼ਲੋਕ ਗੁਰੂ ਅਮਰਦਾਸ ਜੀ ਨੇ ਲਿਖਿਆ। ਸਤਿਗੁਰੂ ਨੇ ਗੁਜਰੀ ਕੀ ਵਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 509 ਦੇ ਉੱਤੇ ਇਸ ਸ਼ਲੋਕ ਦੇ ਨਾਲ ਇੱਕ ਸ਼ਲੋਕ ਹੋਰ ਲਿਖਿਆ। ਕਹਿੰਦੇ ਨਾਨਕ ਮੁਕਤ ਦੁਆਰਾ ਅਤ ਨੀਕਾ। ਨਾਨਕ ਮੁਕਤ ਦੁਆਰਾ ਅਤ ਨੀਕਾ, ਬੜਾ ਹੀ ਸ੍ਰੇਸ਼ਟ ਹੈ। ਰਾਈ ਦਸਵੇਂ ਭਾਏ ਹੈ, ਪਰ ਇੱਥੇ ਕਹਿੰਦੇ ਲੰਘਿਆ ਕਿਵੇਂ? ਨਾਨਾ ਹੋਏ ਸੋ ਜਾਏ। ਹੁਣ ਸਭ ਕੁਝ ਤਿਆਗਣਾ ਪੈਂਦਾ ਹੈ, ਆਪਣੇ ਆਪ ਨੂੰ ਗਵਾਉਣਾ ਪੈਂਦਾ ਹੈ। ਹਉਮੈ ਮਨ ਅਸਥੂਲ ਹੈ, ਦਿਸਦੀ ਵੀ ਨਹੀਂ ਕਈ ਵਾਰੀ ਹਉਮੈ। ਕਹਿੰਦੇ ਇਹ ਫਿਰ ਜਾਏਗੀ ਕਿਵੇਂ? ਜਿਹੜੀ ਅਸਥੂਲ ਹਉਮੈ ਹੈ ਇਹ ਜਾਏਗੀ ਕਿਵੇਂ?
ਤੇ ਸਤਿਗੁਰੂ ਜੀ ਨੇ ਅੱਗੇ ਜਾ ਕੇ ਸਤਿਗੁਰ ਮਿਲਿਆ ਹੋਮੇ ਗਈ, ਗੁਰੂ ਨੂੰ ਮਿਲਣ ਨਾਲ ਹੀ ਜਾਣੀ ਹੈ। 10ਵੇਂ ਦਵਾਰ ਦਾ ਜਿਹੜਾ ਇਹ 10ਵਾਂ ਰਾਈ ਦਾ 10ਵਾਂ ਹਿੱਸਾ ਉਹ ਚੋਂ ਵੀ ਲੰਘ ਜਾਏਗਾ ਹਾਥੀ। ਹਾਥੀ ਨੇ ਨਹੀਂ ਛੋਟਾ ਹੋਣਾ, ਸਾਨੂੰ ਆਪਣੇ ਮਨ ਨੂੰ ਸੰਕੋੜ ਕੇ ਅੰਦਰੋਂ ਉਹ ਕੱਢਣਾ ਪੈਣਾ ਹੈ। ਰਸਤਾ ਵੀ ਵੱਡਾ ਨਹੀਂ ਹੋਣਾ। ਗੱਲ ਤਾਂ ਸਿਰਫ ਇਹ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਦੋਂ ਰਸਤੇ ਦਾ ਪਤਾ ਲੱਗ ਜਾਂਦਾ ਹੈ, ਮਨੁੱਖ ਸਹਿਜੇ ਹੀ ਉਸ ਵਿੱਚੋਂ ਲੰਘ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਮੁਕਤ ਮਹਾ ਸੁਖ ਸਿੱਧੋ ਗੁਰੂ ਸ਼ਬਦ ਦੀ ਵਿਚਾਰ ਵਿੱਚ ਹੈ। ਕਿਉਂ ਗੁਰੂ ਸ਼ਬਦ ਦੀ ਵਿਚਾਰ ਅਗਲੀ ਪੌੜੀਆਂ ਵਿੱਚ ਬਹੁਤ ਕੰਮ ਆਉਣੀ ਹੈ। ਜਿਹੜੀ 40ਵੀਂ ਪੌੜੀ ਹੈ ਖਾਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜੇ ਸ਼ਬਦ ਨੇ ਇਹਨਾਂ ਦਾ ਅੱਗੇ ਇਸਤੇਮਾਲ ਕੀਤਾ। ਗੁਰਮੁਖ ਕਦੇ ਨਾ ਆਵੇ ਹਾਰ, ਲੋ ਵੀ ਜਿਹੜਾ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਨਾਲ ਲੈ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ, ਉਹ ਕਹਿੰਦੇ ਨੇ ਉਹ ਕਦੀ ਵੀ ਗੁਰਮੁਖ ਆਪਣੇ ਜੀਵਨ ਦੀ ਬਾਜੀ ਹਾਰ ਕੇ ਨਹੀਂ ਆਉਂਦਾ, ਕਿਉਂਕਿ ਗੁਰੂ ਦੇ ਸਾਰਮੁਖ ਹੋਇਆ ਹੋਇਆ, ਗੁਰੂ ਅਨੁਸਾਰ ਹੀ ਹੈ। ਤਨ ਹਟੜੀ ਮਨ ਬੰਜਾਰਾ, ਵੀ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਨੇ ਕਰਦੇ ਕਿਨੇ ਇਸ ਤਨ ਨੂੰ ਹੱਟੀ ਬਣਾਉਂਦੇ ਨੇ ਤੇ ਮਨ ਨੂੰ ਵਪਾਰੀ ਬਣਾਉਂਦੇ ਨੇ। ਵਪਾਰ ਕਿਹਦਾ ਕਰਦੇ ਨੇ? ਵਾਹਿਗੁਰੂ ਦੇ ਨਾਮ ਦਾ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਵਾਹਿਗੁਰੂ ਦੇ ਨਾਮ ਦਾ ਸੌਦਾ ਵੀ ਸੱਚਾ ਹੈ ਤੇ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਵਾਲੇ ਵੀ ਸੱਚੇ ਹਨ। ਆਇਆ ਕਦੋਂ ਮਨੁੱਖ? ਪ੍ਰਦੇਸ਼ ਝਾਗ ਸੌਦੇ ਕੋ ਆਇਆ। ਪ੍ਰਦੇਸ਼ ਝਾਗ ਸੌਦੇ ਕੋ ਆਇਆ, ਕਿੰਨੀਆਂ ਚੂਨਾਂ ਚੋਂ ਲੰਘ ਕੇ ਆਇਆ। ਵਸਤ ਅਨੂਪ ਸੁਣੀ ਲਬਾਇਆ। ਫਿਰ ਕੀ ਕਹਿੰਦੇ? ਗੁਣ ਰਾਸ ਬਨ ਪੱਲੇ ਆਨੀ, ਦੇਖ ਰਤਨ ਇਹ ਮਨ ਲਪਟਾਨੀ। ਗੁਣਾ ਦੀ ਰਾਸ ਇਹਨੇ ਲੈਣ ਦੀ ਬੰਨ ਲਈ, ਨਾਲ ਲੈ ਕੇ ਆਇਆ। ਇਸ ਢੰਗ ਨਾਲ ਜਦੋਂ ਗੁਣਾ ਦੀ ਰਾਸ ਹੋਵੇਗੀ ਨਾ, ਉਦੋਂ ਅਸੀਂ ਸਹਿਜੇ ਹੀ ਇਸ ਨਾਮ ਦੇ ਵਪਾਰੀ ਬਣ ਜਾਵਾਂਗੇ। ਅਸੀਂ ਪੜ੍ਹਦੇ ਹਾਂ ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਸਾਰਾ ਅਸੀਂ ਪੜ੍ਹਦੇ ਹਾਂ। ਗੁਰੂ ਪਾਤਸ਼ਾਹ ਦਾ ਸੋਠ ਰਾਗ ਜੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਇਹ ਤਨ ਹਾਟ ਸਰਾਫ ਕੋ ਭਾਈ, ਕਿ ਮੇਰੇ ਮਾਲਕ ਦੀ ਹੱਟੀ ਹੈ ਵਪਾਰ ਕਰਨ ਲਈ। ਵੱਖਰ ਨਾਮ ਅਪਾਰ, ਸੌਦਾ ਹੈ ਨਾਮ ਦਾ। ਇਸ ਹੱਟੀ ਵਿੱਚ ਸੌਦਾ ਕਿਹੜਾ ਕਰਨਾ? ਵਾਹਿਗੁਰੂ ਦੇ ਨਾਮ ਦਾ। ਇਹ ਵੱਖਰ ਵਪਾਰੀ ਸੋਧੜਿਆ ਭਾਈ, ਗੁਰ ਸ਼ਬਦ ਕਰੇ ਵਿਚਾਰ। ਇਹ ਵੱਖਰੇ ਵਪਾਰ ਕੌਣ ਕਰਦਾ? ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ। ਪਹਿਲੀਆਂ ਪੰਕਤੀਆਂ ਨਾਲ ਜੁੜੀਆਂ ਹੋਈਆਂ ਪੰਕਤੀਆਂ ਹਨ। ਇਹ ਵਪਾਰ ਨਾਮ ਦਾ ਉਹੀ ਕਰਦਾ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ। ਧਨ ਵਪਾਰੀ ਨਾਨਕਾ ਭਾਈ, ਮੇਰ ਕਰੇ ਵਪਾਰ। ਵਪਾਰੀ ਧਨ ਹੈ ਜਿਹੜਾ ਇਸ ਵੱਖਰ ਵਪਾਰ ਕਰਦਾ। ਤਨ ਹਟੜੀ ਇਹ ਮਨ ਵੰਜਾਰਾ, ਵੀ ਮਨ ਨੂੰ ਵੰਜਾਰਾ ਬਣਾ। ਔਰ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਇਹ ਤਨ ਨੂੰ ਵਪਾਰ ਕਰਨ ਦੀ ਹੱਟੀ ਸਮਝਦੇ ਹਨ। ਨਾਮ ਦਾ ਵਪਾਰੀ, ਇਹ ਨਾਮ ਦਾ ਵਪਾਰ ਹੈ। ਫਿਰ ਨਾਨਕ ਸਹਿਜੇ ਸੱਚ ਵਪਾਰਾ। ਆਤਮਿਕ ਅਡੋਲਤਾ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦਾ ਵਣਜ ਫਿਰ ਹੁੰਦਾ ਹੈ। ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ ਜਿਹੜੇ ਇਸ ਤਨ ਨੂੰ ਹੱਟੀ ਬਣਾਉਂਦੇ ਨੇ, ਮਨ ਨੂੰ ਵਪਾਰੀ ਬਣਾ ਲੈਂਦੇ ਹਨ, ਉਹ ਫਿਰ ਵਾਹਿਗੁਰੂ ਦੇ ਨਾਮ ਦਾ ਜਿਹੜੇ ਵਪਾਰ ਕਰਦੇ ਨੇ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਇਸ ਪੌੜੀ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਵੀ ਗੁਰੂ ਦੇ ਮਿਲਣ ਨਾਲ ਜਗਿਆਸੂ ਦੇ ਜੀਵਨ ਵਿੱਚ ਜੋ ਪਲਟਾ ਆਉਂਦਾ ਹੈ, ਉਹਦੇ ਨਾਲ ਇਹਦਾ ਜੀਵਨ ਜਿਹੜਾ ਸਵਾਰਿਆ ਜਾਂਦਾ ਹੈ। ਤਨ ਨੂੰ ਖੇਤ, ਮਨ ਨੂੰ ਹਾਲੀ, ਨਾਮ ਨੂੰ ਬੀਜ, ਸੰਤੋਖ ਨੂੰ ਸੁਹਾਗਾ। ਗੁਰਬਾਣੀ 'ਚ ਕਈ ਜਗ੍ਹਾ ਸਾਨੂੰ ਉਪਦੇਸ਼ ਮਿਲਦੇ ਹਨ। ਇਸ ਪੌੜੀ ਵਿੱਚ ਤਨ ਹਟੜੀ ਤੇ ਮਨ ਵੰਜਾਰਾ ਇੱਕ ਰੂਪਕ ਅਲੰਕਾਰ ਵਰਤਿਆ ਗੁਰੂ ਮਹਾਰਾਜ ਨੇ। ਰੂਪਕ ਅਲੰਕਾਰ ਇਹਨੂੰ ਕਹਿੰਦੇ ਨੇ। ਤਨ ਹੱਟੀ ਬਣ ਜਾਏ, ਮਨ ਨਾਮ ਦਾ ਵੰਜਾਰਾ ਬਣ ਜਾਵੇ ਤੇ ਮਾਇਆ ਦੇ ਮੋਹ ਵੱਲੋਂ ਸੁਤੇ ਸਿੱਧੀ ਅਡੂਲ ਹੋ ਜਾਈਦਾ ਹੈ। ਫਿਰ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ। ਤਾਂ ਹੀ ਆਪਾਂ ਪੜ੍ਹਿਆ ਹੁਣੇ, ਇਹ ਤਨ ਹਾਰ ਸਰਾਫ ਕੋ ਭਾਈ, ਵੱਖਰ ਨਾਮ ਅਪਾਰ,
ਇਹ ਵਖਰ ਵਾਪਾਰੀ ਸੋਧੜੇ ਭਾਈ, ਗੁਰ ਸ਼ਬਦ ਕਰੇ ਵਿਚਾਰ, ਧਨ ਵਾਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਇਸ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਸ਼ਬਦ ਦੀ ਵਿਚਾਰ ਨੂੰ ਬਹੁਤ ਹੀ ਮਹੱਤਤਾ ਦਿੱਤੀ ਹੈ। ਜੀਵਨ ਮੁਕਤੀ ਤੇ ਆਤਮਿਕ ਸੁੱਖਾਂ ਦਾ ਮੂਲ ਗੁਰੂ ਸ਼ਬਦ ਦੀ ਵਿਚਾਰ ਹੈ। ਔਗਣਾ ਤੇ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਲਈ ਗੁਰੂ ਸ਼ਬਦ ਦੀ ਵਿਚਾਰ ਹੀ ਸਹਾਈ ਹੁੰਦੀ ਹੈ। ਗੁਰੂ ਸ਼ਬਦ ਦੀ ਕਮਾਈ ਦੁਆਰਾ ਹੀ ਇਹ ਸੰਸਾਰ ਵਿਖਮ ਸਾਗਰ ਤੋਂ ਤਰਿਆ ਜਾ ਸਕਦਾ ਹੈ। ਸੰਸਾਰ ਵਿਖਮ ਸਾਗਰ ਹੈ, ਪਰ ਗੁਰੂ ਸ਼ਬਦ ਦੀ ਵਿਚਾਰ ਤੇ ਗੁਰੂ ਸ਼ਬਦ ਦੀ ਕਮਾਈ ਨਾਲ ਇਹ ਸੰਸਾਰ ਦੇ ਔਖੇ ਸਾਗਰ ਤੋਂ ਵੀ ਪਾਰ ਕੀਤਾ ਜਾ ਸਕਦਾ ਹੈ। ਸਤਿਗੁਰੂ ਰਹਿਮਤ ਕਰਨ, ਸਾਨੂੰ ਵੀ ਸੰਸਾਰ ਭੁਲਦਲ ਤੋਂ ਪਾਰ ਹੋਣ ਦੀ ਜੁਗਤੀ ਆ ਜਾਏ, ਗੁਰੂ ਸ਼ਬਦ ਨਾਲ ਸਾਡੀ ਪ੍ਰੀਤ ਬਣ ਜਾਏ, ਗੁਰੂ ਸ਼ਬਦ ਦੀ ਵਿਚਾਰ ਵੀ ਸਾਡੇ ਜੀਵਨ ਵਿੱਚ ਆ ਜਾਏ। ਭੁੱਲ ਚੁੱਕ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।